1840 ਸਕਾਟਲੈਂਡ 1840 ਲਿਖਿਆ ਹੋਇਆ ਇਹਦੇ ਉੱਤੇ। ਇਹਦੇ ਵਿੱਚ ਘੜੀ ਆ। ਅੱਜ ਨਾ ਤੁਹਾਨੂੰ ਮੈਂ ਬਹੁਤ ਕਮਾਲ ਦੀ ਵੀਡੀਓ ਦਿਖਾਉਣ ਲੱਗਿਆ। ਕਮਾਲ ਦੀ ਵੀਡੀਓ ਸਿਰਫ ਉਹਨਾਂ ਵਾਸਤੇ ਆ ਜਿਹੜੇ ਆਪਣੇ ਅਲਮਾਰੀ ਦੇ ਵਿੱਚ ਜਾਂ ਆਪਣੇ ਸ਼ੋਕੇਸ ਦੇ ਵਿੱਚ ਬਹੁਤ ਘੈਂਟ ਚੀਜ਼ਾਂ ਰੱਖਣ ਦੇ ਸ਼ੌਕੀਨ ਹੁੰਦੇ ਆ, ਐਂਟੀਕ ਚੀਜ਼ਾਂ ਰੱਖਣ ਦੇ ਸ਼ੌਕੀਨ ਹੁੰਦੇ ਆ, ਉਹਨਾਂ ਲਈ ਆ। ਵੀਡੀਓ ਕਾਫੀ ਦਿਨਾਂ ਦੀ ਸੀਗੀ ਪਰ ਨਾ ਅਸਲ ਦੇ ਵਿੱਚ ਇਹਨੂੰ ਕਰਨ ਦਾ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ। ਇਸ ਕਰਕੇ ਆ ਦੇਖੋ ਮੇਰੇ ਕੋਲੇ ਬਾਕਸਾਂ ਨੂੰ ਦੇਖ ਕੇ ਤੁਸੀਂ ਕੁਛ ਸਮਝਦੇ ਹੋਵੋਗੇ ਖੈਰ ਕਿ ਇਹਦੇ ਵਿੱਚ ਕੀ ਹੈ। ਮੈਂ ਤੁਹਾਨੂੰ ਦਿਖਾਊਂਗਾ ਵੀ ਇਹ ਕੀ ਆ, ਕੀ ਕੰਮ ਆਉਂਦੇ ਆ, ਕਿੱਥੋਂ ਲਿਆਂਦੇ ਆ, ਸਾਰੀ ਗੱਲਬਾਤ ਤੁਹਾਨੂੰ ਮੈਂ ਦੱਸਦਾ। ਆਹ ਦੇਖੋ ਕੁਛ ਸਮਝ ਆਉਂਦੀ ਹੋਊਗੀ ਤੁਹਾਨੂੰ ਦੇਖ ਕੇ। ਆ ਦੇਖੋ ਬਾਕਸ ਦੇ ਵਿੱਚ ਆ ਇਹ ਚੀਜ਼ਾਂ ਕੀ ਆ, ਕਿੱਥੋਂ ਮਿਲੀਆਂ, ਤੁਹਾਨੂੰ ਲੈਣੀਆਂ ਹੁਣ ਤਾਂ ਕਿੱਥੋਂ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾਉਣਾ ਸੋਟੀ। ਪ੍ਰੀਤ ਦੇ ਨੇੜੇ ਕਰਕੇ ਦਿਖਾਈ। ਸਕਾਟਲੈਂਡ 1840 ਸਕਾਟਲੈਂਡ 1840 ਲਿਖਿਆ ਹੋਇਆ ਇਹਦੇ ਉੱਤੇ। ਇਹਦੇ ਵਿੱਚ ਘੜੀ ਆ। ਇਹਦੇ ਵਿੱਚ ਘੜੀ ਆ। ਜੇ ਮੰਨ ਲਓ ਘੜੀ ਚੱਲਦੀ ਕੰਡੀਸ਼ਨ ਦੇ ਵਿੱਚ ਆ। ਇਹ ਥੱਲਿਓਂ ਸੋਟੀ ਉਹੋ ਜਿਹੀ ਜਿਹੜੀ ਆਮ ਆਪਾਂ ਘੋੜਿਆਂ ਵਾਲੇ ਮੇਲੇ ਤੋਂ ਲੈਂਦੇ ਹੁੰਦੇ ਆ। ਆ ਦੇਖੋ ਐਵੇਂ ਖੁੱਲ੍ਹਦੀ ਆ 3 ਪਾਰਟਾਂ ਦੇ ਵਿੱਚ। ਐਵੇਂ ਤੁਸੀਂ ਖੋਲ੍ਹ ਕੇ ਜੇ ਛੋਟੀ ਕਰਨੀ ਹੈ ਛੋਟੀ ਕਰ ਸਕਦੇ, ਵੱਡੀ ਕਰਨੀ ਹੈ ਵੱਡੀ ਕਰ ਸਕਦੇ ਆ। ਇੱਕ ਤਾਂ ਇਹ ਛੋਟੀ ਹੋ ਗਈ। ਇੱਕ ਆ ਦੇਖੋ ਆ ਮੈਂ ਪਹਿਲਾਂ ਆ ਖੋਲਦਿਆਂ ਤੁਹਾਨੂੰ ਮੈਂ ਦਿਖਾ ਦਿਆਂ ਕਿ ਇਹ ਕੀ ਆ। ਆ ਦੇਖੋ ਪ੍ਰੀਤ ਨੇੜੇ ਆਈ ਤਾਂ ਦਿਖਾਈ। ਇਹਦੇ ਉੱਪਰ ਲਿਖਿਆ ਲੰਡਨ 1917। ਲੰਡਨ 1917। ਇਹ ਐਵੇਂ ਦੀ ਕਰਕੇ ਦੂਰਬੀਨ ਆ। ਜਦੋਂ 1917 ਦੇ ਵਿੱਚ ਇਸ ਤਰ੍ਹਾਂ ਦੀਆਂ ਦੂਰਬੀਨਾਂ ਹੁੰਦੀਆਂ ਸੀ ਬਿਲਕੁਲ ਐਸੇ। ਆਹ ਚੀਜ਼ ਹੈ ਜਿਹੜੀ ਉਹ 1917 ਦੇ ਵਿੱਚ ਹੁੰਦੀ ਸੀ ਪਰ ਇਹ 1917 ਦੀ ਨਹੀਂ ਗੀ। ਇਹ ਵੀ ਗੱਲ ਆ ਕਿ ਮੈਂ ਤੁਹਾਨੂੰ ਕਹਾਂ ਕਿ ਨਹੀਂ ਜੀ ਆਪਾਂ ਨੂੰ ਇਹ ਓਰੀਜਨਲ 1917 ਦੀ ਮਿਲ ਗਈ। ਨਹੀਂ, ਇਹ ਓਰੀਜਨਲ 1917 ਦੀ ਨਹੀਂ ਗੀ। ਇਹ 1917 ਦੀ ਦੂਰਬੀਨ ਦੀ ਕਾਪੀ ਆ, ਆਪਾਂ ਇਹ ਕਹਿ ਸਕਦੇ ਹਾਂ। ਇਹ ਹੈ ਐਂਟੀਕ 'ਚ ਹੀ ਆ ਜਾਂਦੀ ਆ ਕਿਉਂਕਿ ਉਸ ਤਰ੍ਹਾਂ ਦੀ ਆ। ਦੇਖੋ ਅੱਜ ਜਦੋਂ ਮੀਂਹ ਪੈਂਦਾ ਹੁੰਦਾ ਸੀ ਤਾਂ ਐਵੇਂ ਲੈਂਜ ਦੇ ਮੂਹਰੇ ਐਵੇਂ ਹੋ ਜਾਂਦਾ ਸੀ। ਆਹ ਦੇਖੋ ਇਹ ਕਾਪੀ ਆ ਦੂਰਬੀਨ ਦੀ ਪਰ ਕੰਮ ਕਰਦੀ ਆ ਬਹੁਤ ਜ਼ੂਮ ਆ ਇਹਦਾ। ਮਤਲਬ ਜਿੰਨਾ ਆਪਣਾ 70x ਜ਼ੂਮ ਹੁੰਦਾ ਕੈਮਰੇ ਦਾ ਓਨਾ ਜ਼ੂਮ ਆ, ਓਨੀ ਕਲੈਰਿਟੀ ਆ, ਓਨਾ ਹੀ ਕਮਾਲ ਦਾ ਕੰਮ ਕਰਦੀ ਆ। ਸੋਹਣੀ ਲੱਗਦੀ ਆ। ਵੀ ਜੇ ਇਹ ਅਸੀਂ ਗਏ ਸੀ ਗੁਜਰਾਤ ਆਲੰਗ ਜਿੱਥੇ ਜਹਾਜ਼ ਵੱਢੇ ਜਾਂਦੇ ਆ। ਕੀ ਕੰਮ ਆਉਂਦੀਆਂ ਉੱਥੇ। ਇਹ ਪੁਰਾਣਾ ਸਮਾਨ ਕੀ ਕੰਮ ਆਉਂਦਾ ਤੁਹਾਨੂੰ ਦੱਸਦਾ। ਗੁਜਰਾਤ ਨਾ ਆਲੰਗ ਦੇ ਵਿੱਚ ਦੁਨੀਆ ਭਰ ਦਾ ਜਹਾਜ਼ ਵੱਢਿਆ ਜਾਂਦਾ, ਸਮੁੰਦਰੀ ਜਹਾਜ਼। ਕਹਿਣ ਨੂੰ ਨਹੀਂ ਦੁਨੀਆ ਭਰ ਦਾ, ਸੱਚੀ ਦੁਨੀਆ ਭਰ ਦਾ। ਦੁਨੀਆ 'ਤੇ ਸਿਰਫ 2 ਹੀ ਥਾਵਾਂ 'ਤੇ ਜਹਾਜ਼ ਵੱਢੇ ਜਾਂਦੇ ਆ, ਇੱਕ ਪਾਕਿਸਤਾਨ ਦੇ ਵਿੱਚ, ਇੱਕ ਇੰਡੀਆ ਦੇ ਵਿੱਚ। ਆਲੰਗ ਜੇ ਤੁਸੀਂ ਗੁਜਰਾਤ ਜਾਓਗੇ ਤਾਂ ਆਲੰਗ ਲਿਖੋਗੇ ਤਾਂ ਤੁਹਾਨੂੰ ਆਲੰਗ 7-8 ਕਿਲੋਮੀਟਰ ਦਾ ਏਰੀਆ। ਇੱਕ ਲੰਬੀ ਸੜਕ ਆ, ਉਹਦੇ ਦੋਨੇ ਪਾਸੇ ਇੱਧਰ ਦੁਕਾਨਾਂ ਹੀ ਦੁਕਾਨਾਂ ਜਿਹਦੇ ਉੱਤੇ ਇਹ ਸਮਾਨ ਆ। ਅਤੇ ਇਹ ਸਮਾਨ ਉੱਥੇ ਸਮੁੰਦਰੀ ਜਹਾਜ਼ ਕੀ ਕਰਦਾ ਅਸਲ ਦੇ ਵਿੱਚ ਇਹ ਐਂ ਆ ਵੀ ਜਿਵੇਂ ਸਮੁੰਦਰੀ ਜਹਾਜ਼ ਦੇ ਵਿੱਚ ਮਹੀਨਾ 2-2 ਮਹੀਨੇ ਲੋਕਾਂ ਨੇ ਰਹਿਣਾ ਹੁੰਦਾ ਤਾਂ ਇਹ ਉੱਥੇ ਦੇ ਰਹਿਣ ਵਾਲੇ ਲੋਕਾਂ ਦੇ ਦੇਖਣ ਵਾਸਤੇ ਜਿਵੇਂ ਇੱਕ ਕਲਚਰਲ ਇੱਕ ਲਾਇਬ੍ਰੇਰੀ ਵਾਂਗੂ ਬਣਾਈ ਹੁੰਦੀ ਆ ਵੀ ਜਿਹਦੇ 'ਚ ਦਿਖਾਇਆ ਜਾਂਦਾ ਹੈ ਕਿ ਭਾਈ ਪਹਿਲਾਂ ਦੇ ਜਹਾਜ਼ਾਂ ਦੇ ਮਾਡਲ ਆਹ ਹੁੰਦੇ ਸੀਗੇ, ਪਹਿਲਾਂ ਗੱਡੀਆਂ ਇਹੋ ਜਿਹੀਆਂ ਹੁੰਦੀਆਂ ਸੀ, ਪਹਿਲਾਂ ਦੂਰਬੀਨਾਂ ਇਹੋ ਜਿਹੀਆਂ ਹੁੰਦੀਆਂ ਸੀ, ਪਹਿਲਾਂ ਦਿਸ਼ਾ ਐਵੇਂ ਦੇਖੀ ਜਾਂਦੀ ਸੀ। ਉਹ ਸਾਰੀਆਂ ਚੀਜ਼ਾਂ ਮਤਲਬ ਰੱਖੀਆਂ ਜਾਂਦੀਆਂ। ਜਹਾਜ਼ ਦੇ ਵਿੱਚ ਇੱਕ ਪਾਰਟ ਬਣਿਆ ਹੁੰਦਾ, ਇੱਕ ਕਮਰਾ ਬਣਿਆ ਹੁੰਦਾ ਜਾਂ ਇੱਕ ਲਾਇਬ੍ਰੇਰੀ ਬਣੀ ਹੁੰਦੀ ਆ ਜਿਹਦੇ 'ਚ ਸਾਰਾ ਕੁਛ ਆਪਾਂ ਕਹਿ ਸਕਦੇ ਹਾਂ ਕਿ ਇੱਕ ਮਿਊਜ਼ੀਅਮ ਬਣਿਆ ਹੁੰਦਾ ਛੋਟਾ ਜਿਹਾ ਹਰੇਕ ਜਹਾਜ਼ ਦੇ ਵਿੱਚ, ਖਾਸ ਤੌਰ 'ਤੇ ਜਿਹਦੇ ਵਿੱਚ ਸਵਾਰੀਆਂ ਜਾਂਦੀਆਂ। ਤਾਂ ਉਹਨਾਂ ਦੇ ਵਿੱਚੋਂ ਜਦੋਂ ਸਮੁੰਦਰੀ ਜਹਾਜ਼ ਨੂੰ ਵੱਢਦੇ ਆ
ਤਾਂ ਉਹਦੇ ਵਿੱਚੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਿਕਲਦੀਆਂ, ਜਿਹੜੀਆਂ ਉੱਥੇ ਐਂਟੀਕ ਸਮਾਨ ਦੀਆਂ ਦੁਕਾਨਾਂ ਤੇ ਮਿਲ ਜਾਂਦੀਆਂ। ਠੀਕ ਹੈ ਕਿ ਨਹੀਂ। ਇਹਨਾਂ ਦਾ ਬਹੁਤ ਜ਼ਿਆਦਾ ਰੇਟ ਨਹੀਂ। ਆਪਣੇ ਤਾਂ ਤੁਸੀਂ ਲਓਗੇ ਤਾਂ ਕਾਪੀ ਨੂੰ ਅਸਲੀ ਤਾਂ ਜੇ ਹੁਣ ਇਹਦੇ ਨਾਲ ਦੀ ਅਸਲੀ ਭਾਲੋਗੇ ਤਾਂ ਹੋ ਸਕਦਾ ਵੀ ਇਹ 1.5-2 ਲੱਖ ਦੀ ਹੋਵੇ ਅਸਲੀ, ਜਿਹੜੀ ਅਸਲੀ ਹੋਵੇ। ਤਾਂ ਕਾਪੀ ਵੀ ਜੇ ਤੁਸੀਂ ਇੱਥੇ ਭਾਲਾਂਗੇ, ਕਿਉਂਕਿ ਆਪਾਂ ਨੂੰ ਤਾਂ ਹੁਣ ਪਤਾ ਹੀ ਨਹੀਂ ਹੁੰਦਾ ਵੀ ਕਾਪੀ ਆ ਕਿ ਅਸਲੀ ਆ, ਤਾਂ ਜੇ ਕਾਪੀ ਵੀ ਭਾਲੋਗੇ ਤਾਂ ਕਾਪੀ ਵੀ ਕਾਫੀ ਮਹਿੰਗੀ ਆ। ਉੱਥੇ ਇਹ ਪਿੱਤਲ ਦੀ ਆ, ਬਿਲਕੁਲ ਪਿੱਤਲ ਦੀ ਆ, ਤੇ ਪਿੱਤਲ ਵਾਲੇ ਹਿਸਾਬ ਨਾਲ ਇਹ ਹਿਸਾਬ ਜੇ ਦੇ ਰੇਟ ਦੀ ਮਿਲ ਜਾਂਦੀ ਆ। ਉੱਥੋਂ ਇਹੋ ਜਿਹੀਆਂ ਚੀਜ਼ਾਂ ਮਿਲ ਜਾਂਦੀਆਂ। ਤੇ ਆਹ ਦੇਖੋ, ਜਿਹੜੀ ਮੈਂ ਸੋਟੀ ਤੁਹਾਨੂੰ ਦਿਖਾਇਆ ਸਕਾਟਲੈਂਡ ਲਿਖਿਆ, ਅਸਲ ਦੇ ਵਿੱਚ ਉਦੋਂ 1840 ਲਿਖਿਆ ਹੋਇਆ ਤੇ ਸਕਾਟਲੈਂਡ। ਤੇ ਇਹਨਾਂ ਦੇ ਵਿੱਚ ਉਦੋਂ ਸਕਾਟਲੈਂਡ ਦੇ ਵਿੱਚ ਮੈਂ ਸੁਣਿਆ ਵੀ ਕੰਪਾਸ ਹੁੰਦਾ ਸੀਗਾ, ਵੀ ਜਦੋਂ ਜੰਗਲ ਦੇ ਵਿੱਚ ਬੰਦੇ ਨੇ ਜਾਣਾ ਤਾਂ ਉਹਦੇ, ਹੁਣ ਤਾਂ ਇਹਨਾਂ ਨੇ ਘੜੀ ਲਾਤੀ ਆ, ਤਾਂ ਉਦੋਂ ਕਹਿੰਦੇ ਕੰਪਾਸ ਹੁੰਦਾ ਸੀ, ਤੇ ਨਾਲ ਸੋਟੀ ਦਾ ਕੰਮ ਦੇਈ ਜਾਂਦਾ ਸੀ ਤੇ ਨਾਲ ਦਿਸ਼ਾ ਦੱਸਣ ਦਾ ਕੰਮ ਕਰੀ ਜਾਂਦਾ ਸੀ। ਉਦੋਂ ਦੀਆਂ ਸੋਟੀਆਂ ਦੇ ਵਿੱਚ ਕੰਪਾਸ ਸੀ, ਚਲੋ ਇਹਨਾਂ ਨੇ ਘੜੀ ਲਾਤੀ। ਵੈਸੇ ਸੋਹਣੀ ਚੀਜ਼ ਆ, ਤੁਸੀਂ ਦੇਖ ਸਕਦੇ ਆ, ਸੋਹਣੀ ਚੀਜ਼ ਆ। ਚਾਬੀ ਆ ਟਾਈਮ ਸੈੱਟ ਕਰਨ ਵਾਸਤੇ, ਤੇ ਸੈੱਲ ਪੈਂਦਾ, ਘੜੀ ਚੱਲਦੀ ਆ, ਚੱਲ ਰਹੀ ਹੈ ਇਸ ਵਕਤ। ਇੱਕ ਤੁਹਾਨੂੰ ਮੈਂ ਹੋਰ ਚੀਜ਼ ਦਿਖਾਉਣਾ, ਆਹ ਹੋ ਗਿਆ ਜਿਹਦਾ, ਆਹ ਦੇਖੋ ਇਹਦਾ ਡੱਬਾ, ਇਹ ਸ਼ੋਕੇਸ ਦੇ ਵਿੱਚ ਰੱਖਣ ਨੂੰ। ਮੈਂ ਇੱਕ ਆਪਣੇ ਵਾਸਤੇ ਵੀ ਲੈ ਕੇ ਆਇਆ ਰੱਖਣ ਨੂੰ, ਤੇ ਇੱਕ ਮੈਂ ਆਪਣੇ ਮਿੱਤਰ ਨੂੰ, ਸੱਜਣ ਨੂੰ, ਮੇਰਾ ਮਿੱਤਰ ਆ ਪਿਆਰਾ, ਤੇ ਉਹਨੂੰ ਦੇਣ ਵਾਸਤੇ ਲੈ ਕੇ ਆਇਆ, ਗਿਫਟ ਲੈ ਕੇ ਆਇਆ ਉਹਦੇ ਵਾਸਤੇ। ਠੀਕ ਆ ਨਾ। ਤੇ ਆ ਲਓ, ਇਹਦੇ ਵਿੱਚ ਵੀ ਤੁਹਾਨੂੰ ਮੈਂ ਦਿਖਾਉਣਾ ਦੂਰਬੀਨ ਆ। ਮੈਂ ਤੁਹਾਨੂੰ ਪੂਰੀ ਦੁਕਾਨ ਦਿਖਾਊਂਗਾ, ਪੂਰਾ ਉਹਦੇ ਵਿੱਚ ਬਹੁਤ ਸਾਰਾ ਸਮਾਨ ਆ ਸੱਜਣੋ। ਆਹ ਦੇਖੋ, ਆ ਵੀ ਦੂਰਬੀਨ ਆ, ਇਹ ਛੋਟੀ ਦੂਰਬੀਨ ਆ, ਇਹਦੇ ਉੱਪਰ ਲਿਖਿਆ ਹੋਇਆ 1920 ਲੰਡਨ 1920। ਇਹ 1920 ਦੇ ਵਿੱਚ ਸੇਮ ਇਸੇ ਤਰ੍ਹਾਂ ਦੀਆਂ ਦੂਰਬੀਨਾਂ ਹੀ ਹੁੰਦੀਆਂ ਸੀ, ਮਤਲਬ ਇਹ ਬਿਲਕੁਲ ਉਸੇ ਤਰ੍ਹਾਂ ਦੀ ਦੂਰਬੀਨ ਦੀ ਕਾਪੀ ਆ। ਦੇਖੋ ਇਹਦੇ ਮੂਹਰੇ ਆ ਢੱਕਣ ਜਿਹਾ ਲੱਗ ਜਾਂਦਾ, ਆ ਵੀ ਮੀਂਹ ਪੈਣ ਤੋਂ ਲੈਂਜ ਆ ਜਿਹੜਾ ਐਵੇਂ ਕਵਰ ਹੋ ਜਾਂਦਾ, ਵੀ ਇਹਦੇ ਉੱਤੇ ਕਣੀਆਂ ਨਾ ਪੈਣ ਤੇ ਉਹ ਲੈਂਜ ਆ ਜਿਹੜਾ ਬਲਰ ਜਾ ਨਾ ਹੋ ਜੇ। ਤਾਂ ਇਹ ਵੀ ਕੰਮ ਕਰਦੀ ਆ। ਇਹਦਾ ਜ਼ੂਮ ਆ ਜਿਹੜਾ ਵੀ ਓਨਾ ਕੁ ਅਸੀਂ ਕੈਮਰੇ ਦੇ ਨਾਲ ਲਾ ਕੇ ਦੇਖਿਆ, ਜਿੰਨਾ 30x ਜ਼ੂਮ ਆਪਾਂ ਕਹਿ ਸਕਦੇ ਹਾਂ, ਵੀ 30x ਜ਼ੂਮ ਤੱਕ ਬਹੁਤ ਵਧੀਆ ਕਲੀਅਰ ਤੁਹਾਨੂੰ ਦਿਸਦਾ, ਪੂਰਾ ਵਧੀਆ। ਆ ਦੇਖੋ, ਇਹਦੇ ਵਿੱਚ ਇੱਕ ਸੋਹਣੇ ਸੱਜਣੋਂ ਇਹ ਪੂਰਾ ਪੈਕਟ ਹੀ ਦਿੱਤਾ ਸੀ, ਜਿੰਨਾ ਕੁ ਮੈਨੂੰ ਹੁਣ ਪੱਕਾ ਨਹੀਂ ਪਤਾ, ਪਰ ਮੈਨੂੰ ਇੰਨਾ ਕੁ ਪਤਾ ਵੀ ਸ਼ਾਇਦ ਇਹ ਪੂਰਾ ਕਿੰਨਾ ਦਿੱਤਾ, 4-5 ਹਜ਼ਾਰ ਦਾ ਦਿੱਤਾ ਸੀ ਹੈ ਨਾ। 6000 ਦੀ ਤਿੰਨੇ ਕੋ 6000 ਦੀ ਕੱਲੀ ਦਿੱਤੀ। ਹਾਂ ਬਸ ਬਸ ਇਹੀ ਰੇਟ ਸੀਗਾ। ਹਾਂ ਆਹ ਦੇਖੋ ਆਹ ਸੱਜਣੋ ਕੰਪਾਸ, ਬਿਲਕੁਲ ਕੰਮ ਕਰਦਾ ਕੰਪਾਸ ਆ। ਇਹਦੇ ਵਿੱਚ ਪੈਕੇਜ ਹੀ ਸੀ ਪੂਰਾ, ਕੰਪਾਸ ਆ ਇਹਦੇ ਵਿੱਚ। ਇਹਦੇ ਵਿੱਚ ਉਹ ਆ ਜਦੋਂ ਮਤਲਬ ਨਕਸ਼ਾ, ਜਦੋਂ ਇਹ ਕੀ ਹੁੰਦਾ ਸੀ, ਫੌਜ ਦੇ ਸੀਕ੍ਰੇਟ ਹੁੰਦੇ ਸੀਗੇ ਕਿ ਹੁਣ ਨਕਸ਼ਾ, ਬਹੁਤ ਵੱਡਾ ਨਕਸ਼ਾ ਲੈ ਕੇ ਤਾਂ ਘੁੰਮ ਨਹੀਂ ਸਕਦੇ ਸੀਗੇ, ਵੀ ਕਿਸੇ ਜਗ੍ਹਾ ਦਾ ਨਕਸ਼ਾ, ਤਾਂ ਨਕਸ਼ਾ ਬਹੁਤ ਛੋਟਾ ਬਣਾ ਲੈਂਦੇ ਸੀ। ਤਾਂ ਆਹ ਲੈਂਜ ਨਾਲ ਰੱਖਦੇ ਸੀਗੇ, ਇਹ ਲੈਂਜ ਦੇ ਨਾਲ ਛੋਟੀ ਚੀਜ਼ ਬਹੁਤ ਵੱਡੀ ਦਿਖਦੀ ਆ, ਬਹੁਤ ਵੱਡੀ। ਮਤਲਬ ਇੱਕ ਕੀੜੀ ਤੇ ਜੇ ਮੈਂ ਕਰਾਂ ਤਾਂ ਉਹ ਕੀੜੀ ਅੱਡੀ ਦਿਸਦੀ ਆ, ਐ ਵੱਡੀ ਕਾਕਰੋਚ ਜਿੱਡੀ। ਤਾਂ ਉਹ ਫਿਰ ਨਕਸ਼ੇ ਨੂੰ ਐਵੇਂ ਕਰਕੇ ਵੱਡਾ ਕਰਕੇ ਐਂ ਦੇਖਦੇ ਸੀ, ਜ਼ੂਮ ਕਰਦੇ ਸੀਗੇ ਇਹਦੇ ਨਾਲ। ਇਹ ਇੱਕ ਤਰ੍ਹਾਂ ਦਾ ਉਦੋਂ ਦਾ ਜ਼ੂਮ ਸਿਸਟਮ ਸੀਗਾ। ਤੇ ਇਹਦੇ ਨਾਲ ਤੁਹਾਨੂੰ ਪਤਾ ਅੱਗ ਉੱਗ ਵੀ ਲਾ ਦਿੰਦੇ ਆ, ਉਹ ਅੱਗ ਉੱਗ ਲਾਉਣ ਵਾਲਾ ਵੀ ਆ, ਪਰ ਇਹ ਬਰੀਕ ਅੱਖਰਾਂ ਦੇ ਵਿੱਚ ਪੜ੍ਹਨ ਵਾਸਤੇ ਉਹਨਾਂ ਦਾ ਨਾਲ ਹੁੰਦਾ ਸੀ। ਤੇ ਇੱਕ ਨਾਲ ਤੁਹਾਨੂੰ ਇਹ ਪੁਰਾਣੀ ਮਾਡਲ ਦੀ, ਆਹ ਦੇਖੋ ਇਹਦੇ ਵਿੱਚ ਘੜੀ ਵੀ ਆ, ਆਹ ਦੇਖੋ ਘੜੀ ਵੀ ਹੈਗੀ ਆ। ਆਹ ਦੇਖੋ ਇਹ ਘੜੀ ਆ, ਇਹ ਘੜੀ ਉਦੋਂ ਮਤਲਬ ਜੇਬ 'ਚ ਰੱਖੀ ਜਾਂਦੀ ਸੀ, ਉਦੋਂ ਜੇਬ 'ਚ ਰੱਖੀ ਜਾਂਦੀ ਸੀ। ਤੇ ਉਹ ਜਦੋਂ ਫਿਰ ਜਹਾਜ਼ ਵੱਢੇ ਜਾਂਦੇ ਆ ਉੱਥੋਂ, ਤਾਂ ਇਹੋ ਜਿਹਾ ਸਮਾਨ ਉਹਨਾਂ ਦੇ ਵਿੱਚੋਂ ਨਿਕਲਦਾ। ਤੇ ਉਹ ਸੱਜਣੋਂ ਨਿਕਲਿਆ ਹੋਇਆ ਸਮਾਨ ਹੁੰਦਾ ਅਸਲੀ ਨਹੀਂ। ਅਸਲੀ ਕੋਈ ਕਹਿ ਕੇ ਤੁਹਾਨੂੰ ਹੋਰ ਨਾ, ਇਹ ਨਾ ਹੋਵੇ ਵੀ ਜਮਾ ਓਰੀਜਨਲ ਕਹਿ ਕੇ ਤੇ ਤੁਹਾਨੂੰ ਬਾਹਲੇ ਰੁਪਈਆਂ 'ਚ ਠੋਕ ਦੇ। ਬਾਹਲੇ ਰੁਪਈਆਂ ਵਾਲਾ ਨਹੀਂ ਹੁੰਦਾ, ਪਰ ਤੁਹਾਨੂੰ ਡੁਪਲੀਕੇਟ ਵੀ ਮਿਲੂਗਾ, ਉੱਥੋਂ ਮਿਲੂਗਾ ਡੁਪਲੀਕੇਟ। ਕਿਉਂਕਿ ਜਹਾਜ਼ਾਂ ਦੇ ਵਿੱਚ ਹੁਣ ਐਂ ਤਾਂ ਹੈ ਨਹੀਂਗਾ ਵੀ ਉਹਨਾਂ ਨੇ ਉਹ ਮਾਡਲ ਦੇ ਅਸਲੀ ਆ, ਤੇ ਅਸਲੀ ਫਿਰ ਵੇਚੂਗਾ ਵੀ ਕੌਣ। ਤਾਂ ਮਿਲੂਗਾ ਨਕਲੀ ਹੋਈ, ਪਰ ਹੋਊਗਾ ਅਸਲੀ ਵਰਗਾ। ਠੀਕ ਹੈ ਨਹੀਂ। ਤੇ ਮੈਂ ਤੁਹਾਨੂੰ ਹੋਰ ਵੀ ਬਹੁਤ ਚੀਜ਼ਾਂ ਸੀਗੀਆਂ ਜਿਹੜੀਆਂ ਅਸੀਂ ਉੱਥੇ ਮਿੱਤਰ ਸੀ, ਵੰਡੀਆਂ ਗਈਆਂ, ਪਰ ਬਹੁਤ ਸਾਰੀਆਂ ਤੁਹਾਨੂੰ ਮੈਂ ਦੁਕਾਨ ਦੀ ਵੀਡੀਓ ਦਿਖਾਉਣਾ,
ਜਿਹਦੇ ਵਿੱਚ ਬਹੁਤ ਸਾਰਾ ਐਂਟੀਕ ਸਮਾਨ ਪਿਆ, ਜਹਾਜ਼ਾਂ ਦੇ ਮਾਡਲ ਪਏ ਆ, ਕਾਰਾਂ ਦੇ ਮਾਡਲ ਪਏ ਆ। ਜੇ ਤੁਸੀਂ ਜਾਓਗੇ ਨਾ ਉੱਥੇ, ਇਹ ਫਿਰ ਮੈਂ ਤੁਹਾਨੂੰ ਦੱਸਦਾ ਕਿ ਬਹੁਤ ਸੱਜਣ ਸ਼ਿਕਵਾ ਕਰਦੇ ਸੀਗੇ ਕਿ ਸੁਖਜਿੰਦਰ ਨੇ ਦੱਸਿਆ ਨਹੀਂ ਕਿ ਕਿਸ਼ਤੀਆਂ ਕਿੱਥੋਂ ਮਿਲਦੀਆਂ, ਵਾਸ਼ਿੰਗ ਮਸ਼ੀਨਾਂ ਕਿੱਥੋਂ ਮਿਲਦੀਆਂ, ਜਨਰੇਟਰ ਕਿੱਥੋਂ ਮਿਲਦੇ ਆ। ਤਾਂ ਉਹ ਸਾਰੀਆਂ ਚੀਜ਼ਾਂ ਸੱਜਣੋ ਗੁਜਰਾਤ ਦੇ ਵਿੱਚੋਂ ਮਿਲਦੀਆਂ। ਆਲੰਗ, ਗੁਜਰਾਤ ਆਲੰਗ ਸਮੁੰਦਰ ਦੇ ਕਿਨਾਰੇ ਜਿੱਥੇ ਜਹਾਜ਼ ਵੱਢੇ ਜਾਂਦੇ ਆ, ਉੱਥੇ ਤੁਸੀਂ ਜਾਓਗੇ ਤਾਂ ਤੁਹਾਨੂੰ ਇੱਥੋਂ ਨਾਲੋਂ ਸਮਾਨ ਸਸਤਾ ਬਹੁਤ ਮਿਲ ਜੂਗਾ। ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਚਾਹੇ ਜਨਰੇਟਰ ਆ, ਚਾਹੇ ਖਰਾਦ ਆ, ਚਾਹੇ ਹੋਰ ਆ, ਚਾਹੇ ਇਹੋ ਜਿਹਾ ਸਮਾਨ ਆ ਜਿਹੜਾ ਤੁਹਾਡੇ ਸ਼ੋਕੇਸਾਂ ਦੇ ਵਿੱਚ ਪਿਆ ਸੋਹਣਾ ਲੱਗੇ, ਸਸਤਾ ਬਹੁਤ ਮਿਲ ਜੂਗਾ। ਪਰ ਹਾਂ, ਉੱਥੇ ਜਾਣ ਲਈ ਵੀ ਕੋਈ ਬਹਾਨਾ ਹੋਵੇ, ਵੀ ਐਵੇਂ ਨਾ ਹੋਵੇ ਕਿ ਇਕੱਲਾ ਸਮਾਨ ਲੈਣ ਗਏ। ਫਿਰ ਤਾਂ ਮੇਰੇ ਹਿਸਾਬ ਨਾਲ ਤੁਹਾਡਾ ਤੇਲ ਆ ਜਿਹੜਾ ਸੋਹਣੇ ਸੱਜਣੋਂ, ਵੀ ਜੇ ਇੱਥੋਂ ਸਿੱਧਾ ਉੱਥੇ ਜਾਣਾ ਹੋਵੇ ਤਾਂ ਮੈਂ ਤੁਹਾਨੂੰ ਮੋਟਾ ਜਿਹਾ ਹਿਸਾਬ ਲਾ ਕੇ ਦੱਸ ਦਿੰਦਾ ਕਿ 5000 ਇੱਕ ਤੇ 5 1 10 ਤੇ 10 ਤੇ 5 15 ਤੇ 20000 ਦਾ ਤੇਲ ਮੱਚ ਜੂ, ਹੈ ਨਾ। 20000 ਰੁਪਏ ਦਾ ਤੇਲ ਮੱਚ ਜੂਗਾ, ਜਾਣੀ ਦਾ ਉੱਥੇ ਜਾਣ ਤੇ ਆਉਣ ਦੇ ਵਿੱਚ ਤੁਹਾਡਾ ਗੱਡੀ ਦੇ ਉੱਪਰ, ਤੇ 20000 ਦਾ ਤੇਲ ਮੱਚ ਜੂ। ਤੇ ਤੁਸੀਂ ਉੱਥੇ ਟਿਕਾਣੇ ਤੇ ਪਹੁੰਚੋਗੇ। ਜੇ ਆਪਾਂ ਆਲੰਗ ਦੀ ਇੱਥੋਂ ਲਾਈਏ ਲੋਕੇਸ਼ਨ ਤਾਂ ਕਹਿ ਲਓ ਬਈ ਸੋਹਣਿਓ ਸੱਜਣੋ, ਬਈ ਹੋਊਗਾ ਮੇਰੇ ਹਿਸਾਬ ਨਾਲ 2000 ਦੇ 1800-1900 ਕਿਲੋਮੀਟਰ ਦੇ ਨੇੜ ਤੇੜ, ਠੀਕ ਆ ਨਾ। ਵੀ ਇਹ ਕਹਿ ਲਓ ਵੀ 2 ਦਿਨ ਜਾਣ ਦੇ ਤੇ 2 ਆਉਣ ਦੇ, ਤੇ ਤੇਲ ਦੇ ਨਾਲ ਵੀ ਤੁਸੀਂ ਇਹ ਕਹਿ ਸਕਦੇ ਆ ਵੀ 4 ਦਿਨਾਂ ਦੇ ਵਿੱਚ 4 ਦਿਨਾਂ ਦਾ ਖਾਣੇ ਦਾ ਤੇ ਹੋਟਲ ਦਾ ਖਰਚਾ, ਰਹਿਣ ਦਾ, 4 ਰਾਤਾਂ ਦਾ, ਠੀਕ ਆ ਕਿ ਨਹੀਂ। ਵੀ ਆਪਾਂ ਇਹ ਕਹਿ ਸਕਦੇ ਆ ਵੀ ਤੁਹਾਡਾ ਖਰਚਾ ਹੈ ਜਿਹੜਾ ਉਹ 35-40 ਹਜ਼ਾਰ ਰੁਪਈਆ ਆ ਸਕਦਾ, 30-35 ਹਜ਼ਾਰ ਰੁਪਈਆ ਆ ਸਕਦਾ। ਵੀ ਕਈ 5-7 ਸੱਜਣ ਇਕੱਠੇ ਹੋ ਕੇ ਜਾਣ, ਉਹ ਨਾਲ ਤਾਂ ਘੁੰਮੇ ਆਉਂਦੇ ਆ ਤੇ ਨਾਲੇ ਇਹੋ ਜਿਹਾ ਸਮਾਨ। ਜੇ ਗੁਜਰਾਤ ਗਏ, ਘੁੰਮਣ ਗਏ ਤਾਂ ਫਿਰ ਆਲੰਗ ਜ਼ਰੂਰ ਜਾਇਓ, ਫਿਰ ਤੁਹਾਡੇ ਆਲੰਗ ਬਹੁਤ ਕੰਮ ਦਾ। ਆਲੰਗ ਜੇ ਨਾ ਗੁਜਰਾਤ ਘੁੰਮਣ ਗਏ ਜਾਂ ਘੁੰਮਣ ਦਾ ਇਰਾਦਾ ਹੋਵੇ ਜਾਂ ਕਿਸੇ ਹੋਰ ਪਾਸੇ ਘੁੰਮਣ ਜਾਣਾ ਹੋਵੇ ਤਾਂ ਫਿਰ ਤੁਹਾਨੂੰ ਸਲਾਹ ਦਿੰਦਾ ਕਿ ਗੁਜਰਾਤ ਜਾਇਓ ਤੇ ਗੁਜਰਾਤ ਆਲੰਗ ਜਾ ਕੇ ਆਇਓ। ਉੱਥੋਂ ਦਾ ਜਿਹੜਾ ਜਹਾਜ਼ ਵੜਦੇ ਆ ਉਹ ਕਬਾੜਖਾਨਾ ਵੀ ਇੱਕ ਵੇਖਣ ਵਾਲੀ ਚੀਜ਼ ਆ, ਤੁਹਾਨੂੰ ਹੈਰਾਨੀ ਹੋਊਗੀ। ਜਿਮ ਦਾ ਸਮਾਨ, ਅਲਮਾਰੀਆਂ, ਦੁਕਾਨਦਾਰਾਂ ਵਾਲਾ ਸਮਾਨ, ਕੰਪਿਊਟਰ, ਪ੍ਰੈਸਾਂ, ਯਾਰ ਕਿਹੜੀ ਚੀਜ਼ ਆ ਯਾਰ। ਇੱਕ ਸੂਈ ਤੋਂ ਲੈ ਕੇ ਨਾ, ਮਤਲਬ ਕੱਪੜੇ ਸਿਉਣ ਵਾਲੀ ਸੂਈ ਤੋਂ ਲੈ ਕੇ ਰਸੋਈ ਦਾ ਸਮਾਨ, ਦਫ਼ਤਰਾਂ ਦਾ ਸਮਾਨ, ਮਤਲਬ ਹਰੇਕ ਚੀਜ਼ ਤੁਹਾਨੂੰ, ਹਰੇਕ ਚੀਜ਼ ਮਿਲਦੀ ਆ। ਮੈਂ ਇੰਨਾ ਕਹਿ ਸਕਦਾ ਵੀ ਫਰਨੀਚਰ ਤਾਂ ਉੱਥੇ ਨਾ, ਫਰਨੀਚਰ ਵਾਲੇ ਮਸਲੇ 'ਤੇ ਤਾਂ ਮੈਂ ਤੁਹਾਨੂੰ ਇਹ ਦੱਸਦਾ ਬਈ ਜਿੰਨਾ ਫਰਨੀਚਰ ਤੁਹਾਡੇ ਇੱਥੇ ਇੱਕ ਕਮਰੇ ਦੇ ਵਿੱਚ ਜਿੰਨੇ ਦਾ ਫਰਨੀਚਰ ਲੱਗਦਾ, ਇੰਨੇ ਦਾ ਫਰਨੀਚਰ ਹੋ ਸਕਦਾ ਤੁਹਾਡੀ ਸਾਰੀ ਕੋਠੀ ਦੇ ਵਿੱਚ ਲੱਗ ਜੇ, ਜਹਾਜ਼ ਦੇ ਵਿੱਚੋਂ ਡਾਇਰੈਕਟ ਨਿਕਲਿਆ ਹੋਇਆ। ਪਰ ਹਾਂ ਇੱਕ ਗੱਲ ਹੈਗੀ ਆ, ਬੰਦਾ ਉੱਥੇ ਜਾ ਕੇ ਵੀ ਚੁਸਤ ਚਾਹੀਦਾ, ਉਹਨੂੰ ਇੱਥੋਂ ਦੇ ਰੇਟਾਂ ਦਾ ਵੀ ਪਤਾ ਹੋਵੇ, ਪੰਜਾਬ ਦੇ, ਉਹ ਪੂਰਾ ਉਵੇਂ ਹੋਵੇ ਵੀ ਕਦੇ ਇਹ ਨਾ ਹੋਵੇ ਉੱਥੇ ਨਵੇਂ ਬੰਦਾ ਐਂ ਵੀ ਰਗੜਿਆ ਜਾਂਦਾ, ਉੱਥੇ ਫੜਿਆ ਵੀ ਜਾਂਦਾ ਨਵਾਂ ਬੰਦਾ, ਨਵਾਂ ਬੰਦੇ ਨੂੰ ਗੱਲਾਂ ਬਾਤਾਂ 'ਚ ਫੜ ਲੈਂਦੇ ਵੀ ਇਹਨੂੰ ਕਿੰਨੀ ਕੁ ਨੌਲੇਜ ਆ। ਕਿਉਂਕਿ ਰੇਟਾਂ ਰੂਟਾਂ ਦਾ ਦੁਨੀਆ ਅੱਜ ਕੱਲ੍ਹ ਬਹੁਤ ਚੁਸਤ ਆ, ਦੁਨੀਆ ਨੂੰ ਸਾਰਾ ਪਤਾ, ਉਹਨਾਂ ਨੂੰ ਵੀ ਰੇਟਾਂ ਰੂਟਾਂ ਦਾ ਪਤਾ ਹੁੰਦਾ ਕਿ ਕਿੱਥੇ ਕਿੰਨਾ ਰੇਟ ਚੱਲਦਾ, ਕਿੱਥੇ ਕਿੰਨਾ ਚੱਲਦਾ। ਵੀ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਜੇ ਬੰਦੇ ਆਏ ਆ, ਜੇ ਅਣਜਾਣ ਆ ਤਾਂ ਉਹੋ ਜਿਹਾ ਹਿਸਾਬ ਵਰਤ ਲਓ, ਜੇ ਜਾਣਕਾਰ ਆ ਤਾਂ ਉਹੋ ਜਿਹਾ ਹਿਸਾਬ ਵਰਤ ਲਓ। ਵੀ ਮਤਲਬ ਇਹ ਚੀਜ਼ ਪੱਖੋਂ ਤੁਹਾਨੂੰ ਤਿਆਰ ਹੋ ਕੇ ਜਾਣਾ ਪਊ। ਗੁਜਰਾਤ ਦੇ ਵਿੱਚ ਆਲੰਗ ਤੋਂ ਜਿੱਥੇ ਜਹਾਜ਼ ਵੱਢੇ ਜਾਂਦੇ ਆ ਉੱਥੇ ਆ ਜਹਾਜ਼, ਜਿੰਨੀ ਕੁ ਮੇਰੀ ਜਾਣਕਾਰੀ ਹੈ 2 ਹੀ ਥਾਵਾਂ 'ਤੇ ਵੱਢੇ ਜਾਂਦੇ ਆ, ਇੱਕ ਪਾਕਿਸਤਾਨ, ਇੱਕ ਭਾਰਤ। ਭਾਰਤ 'ਚ ਜ਼ਿਆਦਾ ਜਹਾਜ਼ ਤਾਂ ਵੱਢੇ ਜਾਂਦੇ ਦੁਨੀਆ ਭਰ ਦੇ ਕਿਉਂਕਿ ਪਾਕਿਸਤਾਨ ਦੀ ਕਰੰਸੀ ਆਪਣੇ ਨੂੰ ਥੋੜ੍ਹੀ ਆ। ਪਾਕਿਸਤਾਨ ਦੇ ਵਿੱਚ ਜਿਹੜਾ ਕਬਾੜ ਦਾ ਸਮਾਨ ਉਹ ਫਿਰ ਸਸਤਾ ਵਿਕਦਾ, ਫਿਰ ਪਾਕਿਸਤਾਨ 'ਚ ਜੇ ਸਸਤਾ ਵਿਕਦਾ ਤਾਂ ਕੁਦਰਤੀ ਗੱਲ ਆ ਕਿ ਪਾਕਿਸਤਾਨ ਦੇ ਵਿੱਚ ਜਹਾਜ਼ ਕੰਪਨੀਆਂ ਘੱਟ ਵੇਚਦੀਆਂ, ਜਿਹੜਾ ਉਹੀ ਸਮਾਨ ਇੱਥੇ ਮਹਿੰਗਾ ਵਿਕਦਾ ਕਿਉਂਕਿ ਕਰੰਸੀ ਦੁੱਗਣੀ ਆ, ਇੱਕ ਆਬਾਦੀ ਦੁੱਗਣੀ ਆ, ਮੰਗ ਜ਼ਿਆਦਾ, ਤਾਂ ਇੱਥੇ ਸਮਾਨ ਜ਼ਿਆਦਾ ਵਿਕਦਾ ਕਰਕੇ ਭਾਰਤ ਦੇ ਵਿੱਚ ਤਾਂ ਇੱਥੋਂ ਦੇ ਜਿਹੜੇ ਕਬਾੜੀਆਂ ਕੋਲੇ ਜਹਾਜ਼ ਆ, ਸਮੁੰਦਰੀ ਜਹਾਜ਼, ਉਹ ਤਾਂ ਐਂ ਲੱਗਦਾ ਵੀ ਇਹ ਕਬਾੜਗੇ ਦਾ ਜਿਹੜੇ ਹਿਸਾਬ ਨਾਲ ਦਿਨ ਰਾਤ ਜਹਾਜ਼ ਵੱਢਣ ਲੱਗੇ ਪਏ ਆ, ਵੀ ਉਸ ਹਿਸਾਬ ਨਾਲ ਤਾਂ ਐਂ ਲੱਗਦਾ ਹੁੰਦਾ ਦੇਖ ਕੇ ਵੀ ਇਹ ਤਾਂ 1 ਸਾਲ ਦੇ ਵਿੱਚ ਦੁਨੀਆ ਭਰ ਦੇ ਸਾਰੇ ਜਹਾਜ਼ ਵੱਢ ਦੇਣਗੇ।
ਵੀ ਐਵੇਂ ਲੱਗਦਾ ਹੁੰਦਾ ਇੰਨੇ ਜਹਾਜ਼ ਐਟ ਏ ਟਾਈਮ ਉਹ ਵੱਢੀ ਜਾ ਰਹੇ ਹੁੰਦੇ ਆ। ਮੈਨੂੰ ਕਹਿੰਦੇ ਵੀ ਸੁਣਨ ਚ ਆਇਆ, ਕਹਿੰਦੇ ਵੀ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਵੱਢਣ ਨੂੰ ਇੱਕ ਜਹਾਜ਼, ਪਤਾ ਨਹੀਂ ਜ਼ਿਆਦਾ ਲੱਗਦਾ ਘੱਟ ਲੱਗਦਾ ਪਰ ਇੰਨਾ ਲੱਗ ਜਾਂਦਾ। ਤੇ ਉੱਥੇ ਐਟ ਏ ਟਾਈਮ ਮੈਂ ਜਿੰਨਾ ਕੁ ਦੇਖਿਆ ਵੀ 8-10 ਜਹਾਜ਼ ਵੱਢੀ ਜਾਂਦੇ ਹੁੰਦੇ ਆ। ਪਰ ਮੈਂ ਤੁਹਾਨੂੰ ਇੱਕ ਬਹੁਤ ਚੀਜ਼ਾਂ ਦੱਸਾਂ ਕਿ ਜਹਾਜ਼ ਦੇ ਵਿੱਚ ਨਾ, ਸਮੁੰਦਰੀ ਜਹਾਜ਼ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪੂਰੀ ਜ਼ਿੰਦਗੀ ਅਨਯੂਜ਼ਡ ਹੀ ਹੁੰਦੀਆਂ। ਜਿਵੇਂ ਮੰਨ ਲਓ ਜਨਰੇਟਰ ਆ, ਉਹਨਾਂ ਨੇ ਜਨਰੇਟਰ ਇੱਕ ਨਹੀਂ ਰੱਖਣਾ, ਇੱਕ ਤਾਂ ਖਰਾਬ ਹੋ ਸਕਦਾ, ਉਹਨਾਂ ਨੇ ਜਨਰੇਟਰ ਵੀ 3 ਰੱਖਣੇ ਹੁੰਦੇ ਆ ਘੱਟੋ ਘੱਟ, ਵੀ ਇੱਕ ਖਰਾਬ ਹੋ ਜੇ ਦੂਜਾ, ਜੇ ਦੂਜਾ ਖਰਾਬ ਹੋ ਜੇ ਤੀਜਾ। ਤੇ ਕਈ ਵਾਰੀ ਜਹਾਜ਼ ਦੀ ਪੂਰੀ ਲਾਈਫ ਇੱਕ ਜਨਰੇਟਰ ਹੀ ਨਹੀਂ ਖਰਾਬ ਹੁੰਦਾ ਤੇ ਦੂਜੇ 2 ਅਨਯੂਜ਼ਡ ਹੀ ਪਏ ਰਹਿੰਦੇ ਆ, ਤੇ ਉਹਨਾਂ ਨੂੰ ਵੀ ਫਿਰ ਕਵਾੜ 'ਚ ਹੀ ਜਾਣਾ ਹੁੰਦਾ। ਇਹੋ ਜਿਹੀਆਂ ਚੀਜ਼ਾਂ ਜਿਹੜਾ ਬੰਦਾ ਪਰਖ ਵਾਲਾ, ਨਿਰਖ ਵਾਲਾ ਤੇ ਕਰਿੰਦਾ, ਉਹ ਬੰਦਾ ਉੱਥੇ ਜਾਵੇ ਤਾਂ ਬਹੁਤ ਸਵਾਦ ਵਾਲਾ ਕੰਮ ਆ। ਜਿਉਂਦੇ ਰਹੋ।